ਫੱਗਣ ਦੇ ਮਹੀਨੇ ਦੁਆਰਾ ਅੱਗੇ ਫਰਮਾਉਂਦੇ ਨੇ ਮਹਾਰਾਜ ਕਿ ਜਿਨ੍ਹਾਂ ਗੁਰਮੁਖ ਇਸਤਰੀਆਂ ਨੇ ਸਤਸੰਗਤ ਵਿੱਚ ਜਾ ਕੇ ਮਹਾਤਮਾ ਨਾਲ ਮਿਲ ਕੇ ਵਾਹਿਗੁਰੂ ਦੇ ਮੰਗਲਦਾਇਕ ਜਿਹੜੇ ਨੇ ਸ਼ਬਦ ਗਾਏ ਨੇ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਹੁਣ ਆਨੰਦ ਹੀ ਆਨੰਦ ਮਿਲ ਗਿਆ। ਉਹਨਾਂ ਉੱਤੇ ਸਤਿਗੁਰੂ ਮਹਾਰਾਜ ਦੀ ਮਿਹਰ ਹੋ ਗਈ ਹੈ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਦੁਆਰਾ ਮਹਾਰਾਜ ਕਥਨ ਕਰਦੇ ਉਹਨਾਂ ਬੰਦਿਆਂ ਨੂੰ, ਰੱਬ ਦੇ ਪਿਆਰਿਆਂ ਨੂੰ ਆਨੰਦ ਉਪਾਰਜਨਾ ਹੁੰਦਾ, ਪੈਦਾ ਹੋ ਗਿਆ, ਪੈਦਾ ਹੁੰਦਾ ਉਹਨਾਂ ਨੂੰ ਆਨੰਦ, ਜਿਨ੍ਹਾਂ ਨੂੰ ਹਰੀ ਸੱਜਣ ਆ ਕੇ ਪ੍ਰਗਟ ਹੁੰਦਾ ਹਿਰਦੇ 'ਚ। ਕਿਉਂਕਿ ਉਪਾਰਜਨਾ ਅੱਖਰ ਹੀ ਔਖਾ ਹੈ, ਉਪਾਰਜਨਾ ਮਤਲਬ ਪੈਦਾ ਹੁੰਦਾ। ਫੱਗਣ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਆਨੰਦ ਪੈਦਾ ਹੋ ਗਿਆ। ਜਦੋਂ ਹਰੀ ਸੱਜਣ ਹਿਰਦੇ 'ਚ ਹੈ ਤਾਂ ਸਹੀ, ਸਾਖਿਆਤ ਤਾਂ ਨਹੀਂ ਹੋਈ, ਹੈ ਤਾਂ ਰੱਬ ਸਾਰਿਆਂ 'ਚ ਹੀ ਹੈ। ਧਰਤੀ ਦੇ ਥੱਲੇ ਪਾਣੀ ਸਾਰੇ ਥਾਈਂ ਹੈ, ਪਰ ਪ੍ਰਗਟ ਕਰਕੇ ਉਹਦਾ ਪੀ ਕੇ ਆਨੰਦ ਵੱਖਰਾ। ਉੱਦਾਂ ਤਾਂ ਕਹੀ ਜਾਓ ਪਾਣੀ ਸਾਰੇ ਥਾਈਂ ਹੈ, ਪਰ ਬੰਦਾ ਪਿਆਸਾ ਹੀ ਮਰ ਜਾਏ। ਰੱਬ ਸਾਰਿਆਂ ਅੰਦਰ ਹੈ, ਪਰ ਪ੍ਰਾਪਤੀ ਜਿਹਨੂੰ ਹੋਈ ਆ ਉੱਥੇ ਹੀ ਪ੍ਰਗਟ ਹੋਏ, ਉੱਥੇ ਹੀ ਆਨੰਦ ਆਇਆ। ਇਹਦੇ ਲਈ ਮਹਾਰਾਜ ਕੀ ਕਿਰਪਾ ਹੁੰਦੀ ਹੈ ਕਿ ਬੰਦੇ ਨੂੰ ਪ੍ਰਗਟ ਹੋ ਜਾਂਦਾ ਪਰਮਾਤਮਾ। ਕੌਣ ਸਹਾਇਤਾ ਕਰਦਾ? ਦੁਨੀਆ ਵਿੱਚ ਤਾਂ ਜਿੱਥੇ ਜਾਂਦੇ ਆ ਉਹ ਆਪਣੇ ਹੀ ਦੁੱਖ ਰੋਣ ਲੱਗ ਜਾਂਦਾ, ਰੱਬ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਮਹਾਰਾਜ ਕਹਿੰਦੇ ਦੁਨੀਆ ਦੇ ਲੋਕਾਂ ਕੋਲ ਜਾਣਾ ਵੀ ਨਹੀਂ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਰਾਮ ਦੇ ਨਾਲ ਮਿਲਾਉਣ ਲਈ ਕਹਿੰਦੇ ਸੰਤ ਹੀ ਸਹਾਇਕ ਨੇ। ਰਾਮ ਦੇ ਸੰਤ ਸਹਾਇਕ ਹੁੰਦੇ ਨੇ। ਰਾਮ ਦੇ ਨਾਮ ਦਾ ਸਿਮਰਨ ਕਰਨ ਵਾਲੇ ਸੰਤ ਸਹਾਇਤਾ ਕਰਦੇ ਨੇ, ਜਿਨ੍ਹਾਂ ਨੇ ਕਿਰਪਾ ਕਰਕੇ ਪਰਮਾਤਮਾ ਨਾਲ ਮਿਲਾ ਦਿੱਤਾ। ਉਹ ਸਾਨੂੰ ਇਹ ਕਹਿਣਗੇ ਹਾਂ ਸ਼ਾਬਾਸ਼ ਹੋਰ ਨਾਮ ਜਪ। ਅਤੇ ਦੁਨੀਆ ਕਹੇਗੀ ਬਸ ਕਰ ਹੁਣ, ਰੱਬ ਨੂੰ ਤੰਗ ਕਰੀ ਜਾਂਦਾ। ਕੋਈ ਕਹਿੰਦਾ ਬੁੜ ਕਰਦਾ ਸਾਰਾ ਦਿਨ, ਕੋਈ ਕਹਿੰਦਾ ਇਹ ਪਾਠ ਹੀ ਕਰੀ ਜਾਂਦੇ ਨੇ, ਹੋਰ ਕੋਈ ਕੰਮ ਹੀ ਨਹੀਂ। ਦੁਨੀਆ ਸਾਨੂੰ ਹਟਾਉਣ 'ਤੇ ਹੀ ਲੱਗੀ ਰਹਿੰਦੀ। ਉਹਨੂੰ ਇਹ ਹੁੰਦਾ ਵੀ ਮੈਂ ਤਾਂ ਕਰਦਾ ਨਹੀਂ, ਇਹ ਕਿਉਂ ਕਰੀ ਜਾਂਦਾ, ਕਿਤੇ ਗਾਹਾਂ ਹੀ ਨਾ ਲੰਘ ਜੇ, ਰੋਕ ਕੇ ਰੱਖੋ ਇਹਨੂੰ, ਕਿਤੇ ਹੋਰ ਹੀ ਤਾਹਾਂ ਹੀ ਲੰਘ ਜੇ। ਸੰਸਾਰ ਕਈ ਪ੍ਰਕਾਰ ਨਾਲ ਸੋਚਦਾ। ਦੁਨੀਆ ਇਹ ਸੋਚਦੀ ਇਹਦੇ ਨਾਲ ਕੀ ਹੋਣਾ, ਆ ਕਰਨਾ ਪਾਠ ਕਰਨ ਨਾਲ, ਬੰਦੇ ਨੂੰ ਪੜ੍ਹਾਈ ਕਰਨੀ ਚਾਹੀਦੀ ਆ, ਪੈਸੇ ਕਮਾਉਣੇ ਚਾਹੀਦੇ ਆ। ਉਹ ਸੰਸਾਰੀ ਕੋਈ ਕਿਤਾਬ ਪੜ੍ਹਦਾ ਹੋਇਆ ਕਹਿਣਗੇ ਇਹ ਬੰਦਾ ਬਹੁਤ ਪੜ੍ਹਦਾ, ਬੰਦਾ ਇਹ ਸਾਇੰਸਦਾਨ ਹੈ, 24 ਘੰਟੇ ਕਿਤਾਬ ਲੈ ਕੇ ਬੈਠਾ ਰਹਿੰਦਾ। ਪਰ ਜੇ ਕੋਈ ਬਾਣੀ ਪੜ੍ਹਦਾ ਉਹਨੂੰ ਕਹਿਣਗੇ ਐਵੇਂ ਹੀ ਪੜ੍ਹੀ ਜਾਂਦਾ। ਕਿਉਂਕਿ ਇਹੀ ਸਾਡੀ ਬਹੁਤ ਵੱਡੀ ਗਲਤੀ ਹੈ, ਜਿਹੜਾ ਆਪਾਂ ਬਾਣੀ ਪੜ੍ਹਨ ਵਾਲੇ ਨੂੰ ਕਹਿੰਦੇ ਐਵੇਂ ਹੀ ਪੜ੍ਹੀ ਜਾਂਦਾ। ਅਸਲੀ ਪੜ੍ਹਾਈ ਹੋਈ ਬਾਣੀ ਹੈ, ਬਾਕੀ ਤਾਂ ਜਿਹੜੀਆਂ ਸਾਰੀਆਂ ਪੜ੍ਹਾਈਆਂ ਉਹ ਤਾਂ ਮਾਇਆ ਕਮਾਉਣ ਲਈ ਹੈ। ਇਹ ਬਾਣੀ ਜਿਹੜੀ ਹੈ ਇਹ ਪਰਮੇਸ਼ਰ ਦੀ ਪ੍ਰਾਪਤੀ ਲਈ। ਜਦੋਂ ਪਰਮੇਸ਼ਰ ਹੀ ਮਿਲ ਗਿਆ ਤਾਂ ਬਾਕੀ ਚੀਜ਼ਾਂ ਉੱਥੇ ਆਪੇ ਹੀ ਆ ਜਾਂਦੀਆਂ। ਮਹਾਰਾਜ ਕਹਿੰਦੇ ਨੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ। ਵਾਹਿਗੁਰੂ ਨਾਲ ਮਿਲਣ ਕਰਕੇ ਜਿਹੜੀ ਅੰਦਰਲੀ ਸੇਜਾ ਅੰਤਹਿਕਰਨ ਹੈ ਇਹ ਸੋਭਨੀਕ ਹੋ ਜਾਂਦੀ ਹੈ। ਅੰਦਰ ਬਿਲਕੁਲ ਸ਼ੁੱਧ ਪਵਿੱਤਰ ਮਨ ਹੋ ਜਾਂਦਾ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਜਿਸ 'ਤੇ ਹੁਣ ਦੁੱਖਾਂ ਨੂੰ ਕੋਈ ਜਾਇਦ ਅਰਥ ਹੁੰਦਾ, ਜਗ੍ਹਾ ਹੀ ਨਹੀਂ ਰਹੀ। ਇੱਛ ਪੁੰਨੀ ਵਡਭਾਗਣੀ ਵਾਰੋ ਪਾਇਆ ਹਰਿ ਰਾਏ। ਜਿਹਨੇ ਹਰੇ ਰਾਏ ਰੂਪ, ਰਾਜਾ ਰੂਪ, ਜੋ ਪ੍ਰਕਾਸ਼ ਰੂਪ ਹੈ ਹਰੀ, ਉਹ ਪਤੀ ਪ੍ਰਾਪਤ ਕਰ ਲਿਆ, ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਜਿਹਨੂੰ। ਉਹ ਵਡਭਾਗਣੀ ਦੀ ਇੱਛਾ ਪੂਰੀ ਹੋ ਗਈ, ਕਿਉਂਕਿ ਆਤਮਾ ਤਾਂ ਪਤਨੀ ਹੈ ਨਾ, ਅਤੇ ਪਰਮਾਤਮਾ ਪਤੀ। ਆਤਮਾ ਅਤੇ ਪਰਮਾਤਮਾ ਦਾ ਜਿਨ੍ਹਾਂ ਦਾ ਮਿਲਾਪ ਹੋ ਗਿਆ ਉਹ ਵਡਭਾਗਣੀਆਂ ਬਣ ਗਈਆਂ, ਉਹਨਾਂ ਨੂੰ ਵਰ ਮਿਲ ਗਿਆ। ਜਦੋਂ ਉਹਨਾਂ ਨੂੰ ਵਰ ਮਿਲਿਆ ਪਰਮਾਤਮਾ ਵਿੱਚ ਲੀਨ ਹੋ ਗਈਆਂ, ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਹੀ ਪਰਮਾਤਮਾ ਨਾਲ ਲੀਨ ਹੋ ਗਈਆਂ। ਅਤੇ ਜਿਹੜੀਆਂ ਹੋਰ ਪ੍ਰਾਪਤੀ ਕਰ ਰਹੀਆਂ ਸੀ ਜਾਂ ਹੋ ਚੁੱਕੀ ਜਿਨ੍ਹਾਂ, ਉਹ ਸਹੀਆਂ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਇੰਦਰੀਆਂ ਰੂਪ ਸਖੀਆਂ ਮਿਲ ਕੇ ਵਾਹਿਗੁਰੂ ਦੇ ਮੰਗਲਾਂ ਨੂੰ ਗਾਉਂਦੀਆਂ ਅਤੇ ਗੋਬਿੰਦ ਦੇ ਜਸ ਨੂੰ ਕਥਨ ਕਰਦੀਆਂ। ਜਿਹੜੀ ਜਗ੍ਹਾ 'ਤੇ ਮਹਾਤਮਾ ਰੂਪ ਸਖੀਆਂ ਰੱਬ ਦੇ ਪਿਆਰੇ ਗੁਰਮੁਖ ਮਿਲ ਕੇ ਪਰਮੇਸ਼ਰ ਦੇ ਮੰਗਲਾਂ ਨੂੰ ਗਾਇਨ ਕਰਦੀਆਂ, ਕਹਿੰਦੇ ਉਹਨਾਂ ਨਾਲ ਮਿਲ ਕੇ ਫਿਰ ਉਹ ਵੀ ਖੁਸ਼ ਹੋ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਉਹ ਉਹਨੂੰ ਵਧਾਈਆਂ ਦਿੰਦੀਆਂ ਸਾਰੀਆਂ ਜੀਵ ਰੂਪ ਇਸਤਰੀਆਂ, ਧੰਨ ਹੈ ਤੂੰ ਗੁਰਮੁਖਾ, ਤੂੰ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਤੂੰ ਧੰਨ ਹੈ।
महाराज कहने जे तैनूं नहीं प्राप्ति हुई तू भी उत्थे जा, संगतां विच जा, महात्मा कोल जा, रब दे प्यारिਆਂ कोल बैठ के तू भी गोबिंद दे गीत उचारना कर। गीत गोबिंद लाए, गोबिंद जी दे भगत जयदेव जी की बाणी आउंदी, जयदेव दा पद आद पुरख मनोपमं सत्य आद भाव रतन। भगत जयदेव ने भी एक ग्रंथ लिखिया सी गीत गोबिंद। वो ग्रंथ भी परमेश्वर के जस विच ही कथन किया। ਉਹਦੇ अखीर ते जाके एक पदा पूरा नहीं सी हुंदा, गल बन नहीं सी रही, कई दिन मत्था मारते रहे भी किवें लिखां की करां, इत्थे किद्दां बनावां, काव्य रचना बनदी ना सी। भगत जयदेव जी इशनान करन चले गए, जदों नदी ते काफ़ी देर लग गई, जदों मुड़ के आए वो पदा पूरा किया होया सी सारा ही, किसी ने थल्ले लिखिया सी श्री कृष्ण। जयदेव जी बहुत हैरान होए। वो कृष्ण जी बाद च आके किते पदा पूरा करके अपने दस्खत भी कर गए थल्ले तीर नाल। सो इस करके वो जयदेव जी की लिखी हुई पुस्तक गीत गोबिंद परमेश्वर की भजन बंदगी की पुस्तक। बाणी अंदर उन्होंने सन्मान मिलिया जयदेव जी नूं। हर जिहा अवर न दिसई, कोई दूजा लवै न लाए। ਹੁਣ हरि परमात्मा वर्गा होर तां कोई दिसदा नहीं, जे लभ के देख लीए शायद नहीं। कहते ਉਹਦੇ सदरस ਉਹਦੇ बराबर कोई दूजा है ही नहीं। किहनूं खड़ा करांगे ਉਹਦੇ बराबर? किन्ने क जाने ਉਹਦੇ बराबर खड़न वाले? कोई भी नहीं है ਉਹਦੇ बराबर। वो सिर्फ इक्को ही है, इक्को एक है केवल बस वाहिगुरू, होर कोई दूजा है ही नहीं। हालत पलत सवारियों नेचल दित्तियां न जाए। वो वाहिगुरू ने हालत ते पलत आलोक ते परलोक सवार दिता अते रहन लई नेचल जगह बख्शिश कर दिती है। बंदा कहता, मैं कई बार उदाहरण प्रमाण इत्थों दे दिना, कईयां नूं ये हुंदा शायद सानूं कहंदा, कोई कहणगे जाण के कहंदा, नहीं तुसीं तां साडे अपने हो, साडी संगत हो, अपना कोई आपस में वैर भाव नहीं, विरोध नहीं है, मैं तो तुहाडा सेवादार ही है। मैं तो प्रमाण देना हुंदा उस गल दा, नाले गल सच्ची तो है ना। गल ये है कि आपां ये कहने मैं इत्थे पक्का हो गया, मैं ये गल दा प्रमाण दिंदा। तुसीं भी देखो विचार के भी पक्का तो ठीक हो गया, पर किन्ना चिर पक्का? जिन्ने 80 साल की उम्र है, 90 की उम्र है, जो मुक गई फिर पक्का पुणा की करेगा इत्थों वाला अपना? सतगुरु कहने पक्का जिथे होना सी वो अकाल पुरख के दर ते होना सी। रहन लई जिथे उन्हें सानू जगह देनी है, सचखंड है वो थां, सचखंड वसै निरंकार। जी सदके इत्थे पक्के होए, इन्हें नहीं पक्के नहीं होना, पक्के होवो जी, सारे हो जाओ। असीं तां कहने सारे ही हो जाण जेड़े आउण, सारे बसन रसन, पैसा कमाओ खुला, सुख माणो, आनंद माणो, पर इहो जिहा सुख ना माणिओ कि पी के डिगे होवो। भगती का आनंद माणो। असी कहने साडी 10वें पातशाह कहने सुखी बसै मोरो परवारा, सेवक सिख सभा करतारा। अपनी कौम नूं कौन नहीं सुखी देखना चाहुंदा? असी कहने साडे बजुर्ग भी सुखी रहन, माता पिता भी साडे सुखी रहन, साडे भैण भरा जिहड़े बसदे वो भी सुखी रहन, इत्थों रहण वाले बच्चे भी सुखी रहन। असी तां सारिਆਂ ਲਈ अरदास करते हैं, पर जिहड़ी गल विचार दी हुंदी वो देखिया करो की कह रहे हैं भई बंदा किन्ना चिर दुनिया 'च पक्का रह सकदा? जाना तो अखीर है ही संसार चों। फिर इस करके सतगुरु कहते जिथे पक्की थां बनाउणी सी वो बनाई नहीं तूं, जिथे जाए तुद वरतना तिसकी चिंता ना है, जो घर छड्ड गवावना सो लग्गा मन माहे। वो तो भावें आपां उत्थे भी हुंदे उत्थे भी उपदेश करना, जिथे मर्जी होई उदाहरण उत्थों दी बन जाती। पक्के मकान बनाउण नाल कोई पक्का नहीं हो जाता। तां सतगुरु कहते हैं कि उत्थे लई पक्का बनाओ। संसार सागर ते रखिया न बहुड़ ना जन मैं धाए। संसार समुद्र तो बचा रखिया वाहिगुरू ने, किरपा करती। मुड़ के जन्म मरण का ये चक्कर ही नहीं रहिंदा, दौड़दा नहीं बंदा कदे इत्थे कदे उत्थे। महाराज इन्हां चक्करां तो बचाओ। कहने मेरा बन जा, जिवें मैं अचल ते अटल हाँ ना, कहते तैनूं भी अटल ते अचल बना देना। अटल भयो धरू जाके सिमरन अर निरभै पद पाया।
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਸਤਿਗੁਰੂ ਕਥਨ ਕਰਦੇ ਪਰਮਾਤਮਾ ਦੇ ਗੁਣ ਤਾਂ ਅਨੇਕਾਂ ਹੀ ਨੇ, ਪਰ ਜੀਵ ਆਪਣੀ ਇੱਕੋ ਹੀ ਆ। ਇਹ ਵਿਚਾਰੀ ਕਿੰਨੇ ਕੁ ਗਾ ਸਕਦੇ ਉਹਦੇ ਗੁਣ, ਪਰ ਫਿਰ ਵੀ ਅਸੀਂ ਉਹਦੇ ਗੁਣ ਕਥਨ ਨਹੀਂ ਕਰ ਸਕਦੇ। ਜਿੰਨੇ ਕੁ ਗਾ ਸਕਦੇ ਹਾਂ ਉਨੇ ਕੁ ਗਾ ਹੀ ਚੱਲੀਏ ਬਸ। ਜਿਹੜੇ ਬੰਦੇ ਉਹਦੀ ਚਰਨੀ ਪਏ ਨੇ, ਉਹਦਾ ਚਰਨਾਂ ਨਾਲ ਲਾਗੇ ਗੁਣ ਗਾਇਨ ਕਰਦੇ ਨੇ, ਸਮੂਹ ਗੁਣ ਤਾਂ ਨਹੀਂ ਗਾ ਸਕਦੇ, ਜਿੰਨੀ ਕੁ ਦਿੱਤੀ ਜ਼ੁਬਾਨ ਉਨਾ ਹੀ ਗਾ ਸਕਦੇ। ਤੋ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਰਥ। ਉਹ ਸੰਸਾਰ ਸਮੁੰਦਰ ਤੋਂ ਤਰ ਗਏ ਰੱਬ ਦੇ ਪਿਆਰੇ, ਉਹਨਾਂ 'ਤੇ ਮਿਹਰ ਹੋ ਗਈ ਹੈ। ਫਲ ਗੁਣ ਨਿਤ ਸਲਾਹੀ ਹੈ, ਜਿਸਨੋਂ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਹੋ ਪਰਮਾਤਮਾ ਨੂੰ ਹਮੇਸ਼ਾ ਹੀ ਸਲਾਹੁਣਾ ਕਰੋ ਸਾਰੇ ਜਾਣੇ। ਜਿਹਨੂੰ ਤਿਲ ਜਿੰਨੀ ਵੀ ਤਮੰਨਾ ਹੀ ਨਹੀਂ ਹੈ, ਖਵਾਹਿਸ਼ ਨਹੀਂ ਹੈ, ਉਹਨੂੰ ਸਾਡੇ ਤੋਂ ਕੀ ਲੈਣਾ ਉਹਨੇ। ਜੇ ਦੇਖਿਆ ਜਾਏ ਵਿਚਾਰ ਕੇ, ਰੱਬ ਨੇ ਸਾਤੋਂ ਕੀ ਲੈਣਾ। ਉਹਦੀ ਮਾਇਆ, ਉਹਦੀ ਸਾਰੀ ਪ੍ਰਕਿਰਤੀ ਆ, ਉਹ ਸਾਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਐਡੇ ਵੱਡੇ ਸਮੁੰਦਰਾਂ ਦਾ ਮਾਲਕ, ਪਹਾੜਾਂ ਦਾ ਮਾਲਕ, ਉਹ ਤਾਰਿਆਂ ਚੰਦਰਮਾ ਦਾ ਮਾਲਕ, ਬ੍ਰਹਿਮੰਡਾਂ ਦਾ ਮਾਲਕ, ਉਹਨੇ ਆਪਣੇ ਤੋਂ ਕੀ ਲੈਣਾ। ਉਹ ਤਾਂ ਇਹ ਤਰਸ ਕਰਕੇ ਕਹਿੰਦਾ, ਉਹ ਭਾਈ ਜੇ ਤੁਹਾਨੂੰ ਕੋਈ ਤੰਗੀ ਹੈ ਤੁਸੀਂ ਮੇਰਾ ਨਾਂ ਲਓ, ਤੁਹਾਡੀ ਤੰਗੀ ਹਟ ਜਾਏਗੀ। ਉਹ ਤਾਂ ਅਕਾਲ ਪੁਰਖ ਸਾਨੂੰ ਇਉਂ ਕਹਿੰਦੇ ਨੇ।